ਆਖਰੀ ਲੜਾਈ ਕਦੋਂ ਜਾ ਕੇ ਪੂਰੀ ਹੋਵੇਗੀ। ਸਾਡੇ ਨਾਲ ਭਾਰਤ ਭੂਸ਼ਣ ਆਸ਼ੂ ਨੇ, ਪੰਜਾਬ ਦੇ ਕੈਬਨਿਟ ਮੰਤਰੀ ਨੇ, ਇਸ ਕਰਕੇ ਸਾਡੇ ਨਾਲ ਨੇ ਕਿਉਂਕਿ ਕਿਸਾਨੀ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨੇ। ਖੇਤੀ ਤੋਂ ਬਾਅਦ ਜਿਹੜੀ ਫਸਲ ਹੈ ਖੇਤੀ ਦੀ ਉਹ ਸੰਭਾਲਣ ਦੀ ਕਿਉਂਕਿ ਜ਼ਿੰਮੇਵਾਰੀ ਇਹਨਾਂ ਦੀ ਹੈ ਤੇ ਕਿਸਾਨ ਦਾ ਦਰਦ ਭਲੀ ਭਾਂਤ ਸਮਝ ਸਕਦੇ। ਆਸ਼ੂ ਜੀ, ਕਿਸਾਨ ਲਗਾਤਾਰ ਸੜਕਾਂ ਤੇ ਬਾਰਡਰਾਂ ਤੇ ਹੁਣ ਡੀਸੀ ਦਫ਼ਤਰਾਂ ਦੇ ਬਾਹਰ ਬੈਠਾ ਹੈ, ਲੱਗਦਾ ਕੋਈ ਗੱਲ ਨੇੜੇ ਲੱਗੇਗੀ? ਇਹ ਐਜੀਟੇਸ਼ਨ ਜਦੋਂ ਲੰਬਾ ਹੋ ਜਾਂਦਾ ਹੈ, ਕਿਸੇ ਨਾ ਕਿਸੇ ਤਰੀਕੇ ਪ੍ਰੈਸ਼ਰ ਵਧਾਉਣ ਵਾਸਤੇ ਅਲੱਗ-ਅਲੱਗ ਤਰੀਕੇ ਨਾਲ ਕਾਲਸ ਆਉਂਦੀਆਂ, ਕਿਤੇ ਰੇਲ ਰੋਕੋ, ਕਿਸੇ ਤਰੀਕੇ ਡੀਸੀ ਰੈਜ਼ੀਡੈਂਸ ਘੇਰੋ, ਡੀਸੀ ਆਫਿਸ ਘੇਰੋ, ਉਹਨਾਂ ਨੂੰ ਮੈਮੋਰੈਂਡਮ ਦਿਓ ਤਾਂ ਕਿ ਆਵਾਜ਼ ਜਿਹੜੀ ਹੈ ਉਹ ਸੈਂਟਰ ਗਵਰਨਮੈਂਟ ਤਾਈਂ ਪਹੁੰਚ ਸਕੇ। ਕਿਉਂਕਿ ਜਿਹੜੇ ਡੀਸੀਜ਼ ਹੁੰਦੇ ਨੇ ਉਹ ਜਿੱਥੇ ਸਟੇਟ ਗਵਰਨਮੈਂਟ ਦੇ ਰਿਪਰੈਜ਼ੈਂਟੇਟਿਵ ਹੁੰਦੇ ਨੇ, ਨਾਲ ਸੈਂਟਰ ਗਵਰਨਮੈਂਟ ਦੇ ਵੀ ਉਹ ਨਾਲ ਹੁੰਦੇ ਆ। ਬੇਸਿਕਲੀ ਆਵਾਜ਼ ਤਾਂ ਇਹੀ ਵੀ ਉਹ ਤਿੰਨੋਂ ਲਾਜ਼ ਰਿਪੀਲ ਕਰਨੇ ਚਾਹੀਦੇ ਹੈ। एडा लंबा हो गया, थोड़ा सेंसिटिव होना चाहिए सरकारां नूं, क्योंकि सरकारां तां रिफ्लैक्शन है पब्लिक ओपीनियन दा। अगर ओपीनियन इन्ना उल्ट है इन्ना तीनों कानून दे तो की वजह है, किस करके वो रिपील नहीं हो रहे? इमीडिएट ਉਹਦੇ ਤੇ ਕੋਈ ਨਾ ਕੋਈ ਹੋਣਾ ਚਾਹੀਦਾ। ਗੱਲਬਾਤ ਤੁਹਾਡੀ ਟੁੱਟੀ। ਆਸ਼ੂ ਜੀ, ਕਿਸਾਨ ਤਾਂ ਬੇਸ਼ੱਕ ਸੰਘਰਸ਼ ਲਗਾਤਾਰ ਕਰ ਰਹੇ ਆ, ਪਰ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ, ਕਿਉਂਕਿ ਸਰਕਾਰਾਂ ਨਾਲ ਗੱਲਬਾਤ ਛੇਤੀ ਕਰ ਲੈਂਦੀਆਂ। ਜਿਸ ਤਰ੍ਹਾਂ ਹੁਣ ਤੁਹਾਡੇ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਸਵਾਲ ਚੁੱਕ ਰਹੇ ਨੇ ਕਿ ਹੁਣ ਉਹ ਕਹਿੰਦੇ ਨੇ ਕਿ ਮੈਂ ਜਲਦੀ ਖਤਮ ਕਰਾ ਦਾਂਗਾ ਐਜੀਟੇਸ਼ਨ, ਔਰ ਕੇਂਦਰ ਦੇ ਨਾਲ ਸਹਿਮਤੀ ਬਣ ਸਕਦੀ ਹੈ। ਤਾਂ 4.5 ਸਾਲ ਪਹਿਲਾਂ ਉਹਨਾਂ ਨੇ ਕਿਉਂ ਹਮਲਾ ਨਹੀਂ ਮਾਰਿਆ? ਤਾਂ ਕੀ ਹੁਣ ਤੁਹਾਡੀ ਸਰਕਾਰ, ਚੰਨੀ ਸਰਕਾਰ ਔਰ ਤੁਸੀਂ ਕੀ ਇਸ ਤਰ੍ਹਾਂ ਦਾ ਕੋਈ ਹਮਲਾ ਮਾਰੋਗੇ ਕਿ ਇਸ ਐਜੀਟੇਸ਼ਨ ਨੂੰ ਕਿਤੇ ਨਾ ਕਿਤੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਕਰਾਇਆ ਜਾ ਸਕੇ? ਇਹ ਤਾਂ ਬਿਲਕੁਲ ਹੀ ਹੁਣ ਕਲੀਅਰ ਹੈ। ਚੰਨੀ ਸਾਹਿਬ ਤਾਂ ਬਣਦੇ ਸਾਰ ਸਭ ਤੋਂ ਪਹਿਲਾਂ ਜਦੋਂ PM ਸਾਹਿਬ ਨੂੰ ਮਿਲਣ ਗਏ, ਉਹਨਾਂ ਨੇ ਸਭ ਤੋਂ ਪਹਿਲੀ ਗੱਲ ਹੀ ਇਹ ਕਰੀ। ਹੁਣ ਤਾਂ ਸਭ ਤੋਂ ਪ੍ਰਾਇੋਰਟੀ ਹੋਈ ਕਿਸਾਨ ਐਜੀਟੇਸ਼ਨ ਹੈ, ਕਿਉਂਕਿ ਤੁਸੀਂ ਸਾਰੇ ਸਮਝਦੇ ਹੋ ਵੀ ਪੰਜਾਬ ਜਿਹੜਾ ਬਿਲਕੁਲ ਐਗਰੀਰੀਅਨ ਸਟੇਟ ਹੈ, ਸਾਡੀ ਸਾਰੀ ਇਕਨੋਮੀ ਇਹਨਾਂ ਤੇ ਖੜੀ ਹੈ। ਇਹਨਾਂ ਨੇ ਮਿਹਨਤ ਕਰਨੀ ਹੈ। ਅਸੀਂ ਤਾਂ ਇਸ ਐਜੀਟੇਸ਼ਨ ਦੇ ਬਾਵਜੂਦ ਜਿਹੜੀਆਂ ਸੈਂਟਰ ਗਵਰਨਮੈਂਟ ਨੇ, ਤੁਸੀਂ ਵੀ ਜਾਣਦੇ ਹੋ, ਟਾਈਮ ਟੂ ਟਾਈਮ ਪਾਬੰਦੀਆਂ ਲਗਾਈਆਂ, ਉਹਨਾਂ ਦੇ ਵਿੱਚ ਉਹਨਾਂ ਪਾਬੰਦੀਆਂ ਨੂੰ ਸਹਿ ਕੇ ਵੀ ਜਿਹੜੀ ਪ੍ਰੋਕਿਉਰਮੈਂਟ ਆ ਉਹ ਅਸੀਂ ਫਲॉलेस ਰੱਖੀ ਹੈ, ਕਿਤੇ ਕਿਸੇ ਨੂੰ ਤਕਲੀਫ ਨਹੀਂ ਆਣ ਦਿੱਤੀ। ਜਿਹੜੀ ਇਸ ਵਾਰੀ ਤੁਸੀਂ ਮੇਰਾ ਖਿਆਲ ਇਹ ਕਾਲੇ ਕਾਨੂੰਨਾਂ ਦੀ ਗੱਲ ਨਹੀਂ ਸੀ ਕਰਦੇ ਹੋਣਾ, ਪ੍ਰੋਕਿਉਰਮੈਂਟ ਦੀ ਗੱਲ ਕਰਦੇ ਹੋਣਾ ਸੀ। ਜੇ ਕਿਤੇ ਕੋਈ ਕਮੀ ਹੁੰਦੀ, ਅੱਜ ਪ੍ਰੋਕਿਉਰਮੈਂਟ 75 ਲੱਖ ਦੇ ਕਰੀਬ ਅਸੀਂ ਪ੍ਰੋਕਿਉਰ ਕਰ ਚੁੱਕੇ ਹਾਂ ਪੈਡੀ, ਤੇ ਕਦੀ ਤੁਸੀਂ ਇੰਟਰਵਿਊ ਕਰਨ ਨਹੀਂ ਆਏ ਕਿਉਂਕਿ ਸੀਮਲੈਸ ਹੈ, ਫਲॉलेस ਹੈ, ਕਿਤੇ ਕੋਈ ਕਮੀ ਨਹੀਂ ਹੈ, ਔਰ ਪੇਮੈਂਟ ਵੀ ਅਸੀਂ 24 ਘੰਟੇ ਚ ਦਿੰਦੇ ਜਾ ਰਹੇ ਹਾਂ। ਇਹਨਾਂ ਕਮੀਆਂ ਤੇ ਵੀ ਆਸ਼ੂ ਜੀ ਬੜੀ ਜਲਦੀ ਆਪਾਂ ਡਿਟੇਲ ਚ ਤੁਹਾਡੇ ਤੋਂ ਜਵਾਬ ਲਵਾਂਗੇ। ਪਰ ਤੁਸੀਂ ਕਹਿ ਰਹੇ ਹੋ ਕਿ ਗੱਲਬਾਤ ਜਿਹੜੀ, ਤੁਹਾਨੂੰ ਕੀ ਲੱਗਦਾ ਕਿ ਹੁਣ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰਦੇ ਨੇ, ਉਹ ਕਹਿੰਦੇ ਨੇ ਕਿ ਵੱਖਰੀ ਪਾਰਟੀ ਬਣਾ ਕੇ BJP ਦਾ ਸਹਿਯੋਗ ਲੈ ਕੇ ਤੇ ਕਹਿੰਦੇ ਚੋਣਾਂ ਦੇ ਵਿੱਚ ਵੀ ਆਉਣਾ ਤੇ ਕਿਸਾਨਾਂ ਦਾ ਮਸਲਾ ਹੱਲ ਕਰਵਾ ਦੂੰਗਾ। ਤੁਹਾਨੂੰ ਲੱਗਦਾ ਹੈ ਕਿ ਸੰਭਵ ਹੈ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਹੱਕ ਦੇ ਵਿੱਚ ਇਸ ਵੇਲੇ ਭੁਗਤ ਸਕਦੇ ਨੇ, ਹੱਕ ਦੇ ਵਿੱਚ ਫੈਸਲਾ ਕਰਵਾ ਸਕਦੇ ਨੇ? ਮੇਰਾ ਖਿਆਲ ਪੰਜਾਬ ਦੀ ਜਨਤਾ ਬੜੀ ਸਿਆਣੀ ਹੈ ਜੀ। ਪਿਛਲੇ 1.25 ਸਾਲ ਤੋਂ CM ਸਾਹਿਬ, ਪੁਰਾਣੇ ਸਾਬਕਾ CM ਸਾਹਿਬ ਦਿੱਲੀ ਜਾਂਦੇ ਹੀ ਨਹੀਂ। ਹੁਣ ਹਰ ਹਫਤੇ ਹੀ 2-2 ਦਿਨ ਉੱਥੇ ਲਾ ਕੇ ਆਉਂਦੇ ਨੇ। ਇਹੀ ਦਿਨ ਜੇ ਕਿਸਾਨਾਂ ਦੇ ਹੱਕ 'ਚ ਪਹਿਲਾਂ ਲਾਏ ਹੁੰਦੇ ਤਾਂ ਸ਼ਾਇਦ ਇੱਥੇ ਚੇਂਜ ਹੀ ਨਾ ਆਉਂਦੀ। ਚੇਂਜ ਹੀ ਇਸ ਕਰਕੇ ਆਈ ਵੀ ਕਿਤੇ ਨਾ ਕਿਤੇ ਅਸੀਂ ਜੋ ਪਬਲਿਕ ਦੀ ਡਿਮਾਂਡ ਸੀ ਉਹ ਪੂਰੀ ਕਰਨ ਦੇ ਵਿੱਚ ਕਿਤੇ ਨਾਕਾਮਯਾਬ ਹੋ ਰਹੇ ਸੀਗੇ। ਕੈਪਟਨ ਸੰਦੀਪ ਸੰਧੂ ਨਾਲ ਬੈਠੇ ਨੇ, ਇਹ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਵੀ ਬੜੇ ਰਹੇ ਨੇ, ਉਹਨਾਂ ਦੇ ਸਲਾਹਕਾਰ ਵੀ ਰਹੇ ਨੇ, OSD ਰਹੇ ਨੇ। ਸਭ ਤੁਸੀਂ ਵੀ ਮੀਟਿੰਗਾਂ ਕਰਦੇ ਰਹੇ ਹੋ, ਕੀ ਲੱਗਦਾ ਹੈ ਪਹਿਲਾਂ ਤੇ ਹੁਣ 'ਚ ਕੀ ਫਰਕ ਹੈ? ਕਮੀ ਪਹਿਲਾਂ ਕਿੱਥੇ ਰਹਿ ਗਈ ਕਿ ਕਿਸਾਨਾਂ ਦੀ ਗੱਲ ਆਪਾਂ ਸਿਰੇ ਨਹੀਂ ਲਾ ਸਕੇ? ਦੇਖੋ, ਜਦੋਂ ਵੀ ਕਿਤੇ ਕੇਂਦਰ ਤੇ ਜਿਹੜੀ ਸਥਾਨਕ ਸਰਕਾਰ ਹੁੰਦੀ ਆ ਆਪਸ ਦੇ ਵਿੱਚ ਸੋਚ ਅਲੱਗ ਹੁੰਦੀ ਹੈ, ਉੱਥੇ ਕਈ ਵਾਰ ਇਸ ਕਿਸਮ ਦੀਆਂ ਪ੍ਰੋਬਲਮਸ ਆ ਜਾਂਦੀਆਂ। ਪਰ ਜਿਵੇਂ ਆਸ਼ੂ ਜੀ ਨੇ ਆਖਿਆ ਕਿ ਅੱਜ ਦੇ ਦਿਨ 'ਚ ਰਿਲੀਫ ਦੇਣਾ ਕਿਹਨੇ ਸੀ? ਕੇਂਦਰ ਸਰਕਾਰ ਨੇ। ਔਰ ਕੇਂਦਰ ਸਰਕਾਰ 1 ਸਾਲ ਹੋ ਗਿਆ, ਸਾਡੇ 750 ਤੋਂ 800 ਇਹੋ ਜਿਹੇ ਪਰਿਵਾਰ ਹੈ ਜਿਨ੍ਹਾਂ ਦੇ ਜੀ ਸ਼ਹੀਦ ਹੋ ਚੁੱਕੇ ਨੇ ਇਸ ਐਜੀਟੇਸ਼ਨ ਵਿੱਚ। ਬੜੀ ਵੱਡੀ ਫਿਗਰ ਹੈ। ਇੱਕ ਸਭ ਤੋਂ ਪੀਸਫੁਲ ਐਜੀਟੇਸ਼ਨ ਚੱਲ ਰਿਹਾ ਹੈਗਾ ਇਹ ਦਿੱਲੀ ਦੇ ਬਾਰਡਰਾਂ ਤੇ, ਪੰਜਾਬ ਦੇ ਕਈ ਟੋਲ ਪਲਾਜ਼ਿਆਂ ਤੇ। ਕਿਉਂ ਨਹੀਂ ਕੇਂਦਰ ਸਰਕਾਰ ਇਸ ਚੀਜ਼ ਵੱਲ ਧਿਆਨ ਦੇ ਰਹੀ? ਮੈਂ ਉਹੀ ਪੁੱਛ ਰਿਹਾ ਸੀ ਵੀ ਕੀ ਇਸ ਤਰ੍ਹਾਂ ਦੀ ਪਹਿਲਾਂ ਜਿਸ ਤਰ੍ਹਾਂ ਹੁੰਦਾ ਵਾ ਕੀਤਾ ਜਾ ਰਿਹਾ ਕਿ ਕੋਸ਼ਿਸ਼ ਹੋਏਗੀ, ਗੱਲਬਾਤ ਸਿਰੇ ਲੱਗ ਜਾਏਗੀ, ਪਹਿਲਾਂ ਐਸੀਆਂ ਕੋਸ਼ਿਸ਼ਾਂ ਹੋਈਆਂ? ਇਸ ਕਿਸਮ ਦਾ ਸਟੇਟਮੈਂਟ ਕਿਤੇ ਨਹੀਂ ਆਈ ਜਿਸ ਕਿਸਮ ਦੀਆਂ ਸਟੇਟਮੈਂਟਸ ਹੁਣ ਆਈਆਂ ਬਾਹਰ ਕਿ ਬਹੁਤ ਜਲਦੀ ਹੀ ਅਸੀਂ। ਸੋ ਕਿਤੇ ਨਾ ਕਿਤੇ ਜਾਂ ਤਾਂ ਹੁਣ ਉਹ ਕਮਿਊਨੀਕੇਸ਼ਨ ਸਥਾਪਿਤ ਹੋਇਆ ਹੈਗਾ ਔਰ ਉਸ ਕਮਿਊਨੀਕੇਸ਼ਨ ਨੂੰ ਅੱਗੇ ਲੈ ਕੇ ਜਾਇਆ ਜਾ ਰਿਹਾ ਹੈਗਾ। ਪਹਿਲਾਂ ਇਸ ਕਿਸਮ ਦੀ ਕਿਤੇ ਨਹੀਂ ਆਈ ਸੀ ਕਿ ਅਸੀਂ ਇਸ ਕਿਸਮ ਦੀਆਂ ਸਟੇਟਮੈਂਟਾਂ ਤਾਂ ਆਉਂਦੀਆਂ ਰਹੀਆਂ ਸੀ ਸਰਕਾਰ, ਜੋ ਪੰਜਾਬ ਸਰਕਾਰ ਨੇ ਕੀਤਾ ਹੈਗਾ। ਬਟ ਸਪੈਸੀਫਿਕਲੀ ਜਿਹੜਾ ਤੁਹਾਡਾ ਸਵਾਲ ਹੈਗਾ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਲਦ ਤੋਂ ਜਲਦ ਅਸੀਂ ਖਤਮ ਕਰਾਵਾਂਗੇ,
ਇਸ ਕਿਸਮ ਦਾ ਕਿਤੇ ਵੀ ਇਹ ਮਾਹੌਲ ਨਹੀਂ ਬਣਿਆ। ਆਸ਼ੂ ਜੀ ਤੋਂ ਇੱਕ ਸਵਾਲ ਹੋਰ ਲੈਣਾ। ਆਸ਼ੂ ਜੀ, ਤੁਸੀਂ ਲਗਾਤਾਰ ਕੇਂਦਰ ਦੇ ਮੰਤਰੀਆਂ ਨਾਲ ਵੀ ਮੀਟਿੰਗ ਕਰਦੇ ਰਹੇ ਹੋ, ਤਾਂ ਗੱਲਬਾਤ ਲਗਾਤਾਰ ਕੀਤੀ ਜਾਂਦੀ। ਜਿਸ ਤਰ੍ਹਾਂ ਵਿਧਾਨ ਸਭਾ ਸੈਸ਼ਨ ਬੁਲਾ ਕੇ ਮੁੱਖ ਮੰਤਰੀ ਚੰਨੀ ਹੋਰਾਂ ਨੇ ਕਿਹਾ ਕਿ ਕੇਂਦਰੀ ਕਾਲੇ ਕਾਨੂੰਨ ਜਿਹੜੇ ਉਹ ਰੱਦ ਕੀਤੇ ਜਾਣਗੇ, ਤਾਂ ਤੁਸੀਂ ਤਾਂ ਕਿਉਂਕਿ ਕੇਂਦਰ ਦੇ ਨਾਲ ਤਾਲਮੇਲ ਦੇ ਵਿੱਚ ਰਹਿੰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਵਾਕਈ ਕਿਉਂਕਿ ਪਹਿਲਾਂ ਅਮੈਂਡਮੈਂਟ ਕੀਤੀ ਗਈ ਸੀ, ਹੁਣ ਰੱਦ ਕਰਨ ਦੇ ਨਾਲ ਕੋਈ ਨਾ ਕੋਈ ਮਜ਼ਬੂਤੀ ਮਿਲੇਗੀ? ਦੇਖੋ, ਜੇ ਕਾਨੂੰਨੀ ਤੌਰ ਤੇ ਕਹੀਏ ਤਾਂ ਸਾਡੇ ਰੱਦ ਕਰਨ ਤੋਂ ਬਾਅਦ ਵੀ ਜੋ ਸਾਡਾ ਸੰਘੀ ਢਾਂਚਾ, ਉਹਦੇ 'ਚ ਜੋ ਪਾਰਲੀਮੈਂਟ ਦੇ ਕਾਨੂੰਨ ਹੈ ਉਹੀ ਇਫੈਕਟਿਵ ਰਹਿੰਦੇ ਆ, ਪਰ ਇੱਕ ਪ੍ਰੈਸ਼ਰ ਜ਼ਰੂਰ ਬਣੇਗਾ। ਮੁੱਢੋਂ ਹੀ ਉਹਨੂੰ ਰੱਦ ਕਰਨ ਤੋਂ ਵੀ ਅਸੀਂ ਇੱਥੇ ਇੰਪਲੀਮੈਂਟ ਨਹੀਂ ਕਰਨੇ, ਸੈਂਟਰ ਗਵਰਨਮੈਂਟ ਤੇ ਜ਼ਰੂਰ ਇਹਦਾ ਪ੍ਰੈਸ਼ਰ ਜ਼ਰੂਰ ਬਣੇਗਾ। ਅੱਜ ਜ਼ਰੂਰਤ ਇਹੀ ਗੱਲ ਦੀ ਹੈ ਵੀ ਕਿਸੇ ਤਰੀਕੇ ਉਹਨਾਂ ਤੇ ਪ੍ਰੈਸ਼ਰ ਕਰਕੇ ਕਰਨਾ ਉਹਨਾਂ ਨੇ ਹੈ, ਤਾਂ ਉਹਨਾਂ ਤੋਂ ਕਰਵਾਇਆ ਕਿਸ ਤਰੀਕੇ ਜਾਏ। ਅਗਰ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਵੀ ਕਰਨਾ ਚਾਹ ਰਹੇ ਹੈ, ਉਹ ਕੋਈ ਪੰਜਾਬ ਦਾ ਭਲਾ ਤਾਂ ਜ਼ਰੂਰ ਕਰਨ, ਪੰਜਾਬ ਦੇ ਭਲੇ ਲਈ ਕਿਸੇ ਨੂੰ ਅੜਿੱਕਾ ਨਹੀਂ ਬਣਨਾ ਚਾਹੀਦਾ, ਪਰ ਇਹ ਭਲਾ ਉਹਨਾਂ ਨੂੰ ਪਹਿਲਾਂ ਜਿਵੇਂ ਸੰਧੂ ਸਾਹਿਬ ਨੇ ਕਿਹਾ 700 750 ਜਾਨਾਂ ਜਾਣ ਤੋਂ ਪਹਿਲਾਂ ਹੀ ਕਰਨਾ ਚਾਹੀਦਾ ਸੀ। ਸੈਂਟਰ ਗਵਰਨਮੈਂਟ ਨੂੰ ਵੀ ਪਹਿਲੋਂ ਕਰਨਾ ਚਾਹੀਦਾ ਸੀ, ਤਾਂ ਕਿ ਇੰਨਾ ਨੁਕਸਾਨ ਨਾ ਹੁੰਦਾ, ਵਪਾਰਾਂ ਦਾ ਨੁਕਸਾਨ ਨਾ ਹੁੰਦਾ। ਤੁਸੀਂ ਜਾਣਦੇ ਹੋ 2 ਮਹੀਨੇ ਰੇਲਾਂ ਰੋਕਾਂ ਹੀ ਰੱਖੀਆਂ, ਸਭ ਤੋਂ ਜ਼ਿਆਦਾ ਤਾਂ ਪੰਜਾਬ ਨਹੀਂ ਉਹਦਾ, ਪੰਜਾਬ ਦੇ ਵਪਾਰ ਨੇ, ਪੰਜਾਬ ਦੀ ਸਨਅਤ ਨੇ, ਔਰ ਖਾਸ ਤੌਰ ਤੇ ਸਾਡਾ ਐਗਰੀਕਲਚਰ ਸੈਕਟਰ, ਅਸੀਂ ਸਾਰੇ ਖਮਿਆਜ਼ਾ ਭੁਗਤਿਆ। ਸਾਡੀ ਮੂਵਮੈਂਟ ਉਹਨੇ ਮਹੀਨੇ ਨਹੀਂ ਹੋਈ, ਫਸਲ ਸਾਡੇ ਕੋਲ 2.5-300 ਲੱਖ ਮੀਟ੍ਰਿਕ ਟਨ ਪਈ ਸੀਗੀ, ਅਸੀਂ ਹੁਣ ਥੋੜੀ ਮੂਵਮੈਂਟ ਨਾਲ ਕੱਢੀ ਹੈ, ਹੁਣ ਥੋੜੀ ਘਟੀ ਹੈ, ਪਰ ਜਦੋਂ ਇੰਨੇ ਭੰਡਾਰ ਭਰੇ ਹੋਣ, ਫਸਲ ਦੇ ਖਰਾਬ ਹੋਣ ਦਾ ਖਦਸ਼ਾ ਰਹਿੰਦਾ।